ਗੁਰ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਗੁਰ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਗਨਨ ਕੀ ਨਾਸ਼ਕ ਬਿਗਨਨ ਕੀ ਨਾਸ਼ਕ ਗੁਰ ਹਰਿ ਗੋਬਿੰਦ ਸੋਭ ਸੋ ਮਾਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹਾਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਵੇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਵੇ। ਪਰਮ ਸਨਮਾਨਯੋਗ ਹਾਜ਼ਰਾ ਹਜੂਰ ਜਾਹਰਾ ਜ਼ਹੂਰ ਵਾਲੀ ਕੁਲ ਆਲਮ ਮੁਜਸਮਾਏ ਸਬਦ ਰਹਿਬਰ ਏ ਕੁਲ ਕਾਇਨਾਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਨਾਂ ਦੀ ਪਵਿੱਤਰ ਬਾਰਗਾਹ ਅੰਦਰ ਜੁੜ ਬੈਠੇ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਦੇ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਪਾਕ ਅਸਥਾਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਜੁੜ ਬੈਠੇ ਹਾਂ, ਜੋ ਪਿਛਲੇ ਕੁਝ ਸਮੇਂ ਤੋਂ ਇਤਿਹਾਸ ਦੀ ਲੜੀਵਾਰ ਕਥਾ ਪ੍ਰਾਰੰਭ ਕੀਤੀ ਗਈ ਸੀ। ਕੀਤੀ ਹੋਈ ਲੜੀਵਾਰ ਕਥਾ ਦੇ ਇਤਿਹਾਸ ਵਿੱਚ ਭਾਈ ਗੁਰਦਾਸ ਜੀ ਦੇ ਫਰਮਾਨ ਅਨੁਸਾਰ ਬਾਬੇ ਭੀਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ। ਐਸੇ ਦੀਨ ਦਇਆਲ ਸਤਿਗੁਰੂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੀਆਂ ਕੀਤੀਆਂ ਹੋਈਆਂ ਸੰਸਾਰ ਦੀਆਂ ਯਾਤਰਾਵਾਂ, ਚਾਰ ਉਦਾਸੀਆਂ ਦਾ ਜ਼ਿਕਰ ਆਪਾਂ ਸਾਧ ਸੰਗਤ ਜੀ ਸੰਧਿਆ ਦੇ ਦੀਵਾਨਾਂ ਦੇ ਵਿੱਚ ਕਰ ਰਹੇ ਹਾਂ। ਚੱਲ ਰਹੇ ਇਤਿਹਾਸਿਕ ਪ੍ਰਸੰਗ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ
ਖੰਡ ਦੇ ਵਿੱਚ ਪਹੁੰਚੇ ਨੇ। ਉਸ ਖੰਡ ਦੇ ਵਿੱਚ ਜਦੋਂ ਭਾਈ ਬਾਲਾ ਜੀ ਨੂੰ ਤਿਆਰ ਕੀਤਾ ਗਿਆ ਬਲੀ ਦੇਣ ਲਈ, ਜਦੋਂ ਸਾਧ ਸੰਗਤ ਜੀ ਰਾਜੇ ਦੇ ਅਹਿਲਕਾਰਾਂ ਵੱਲੋਂ ਜਾਂ ਰਾਜੇ ਵੱਲੋਂ ਇੱਕ ਲਿਸ਼ਕ ਦੀ ਤਲਵਾਰ ਜਿਹੜੀ ਲਹਿਰਾਈ ਗਈ ਹੈ ਹਵਾ ਦੇ ਵਿੱਚ, ਉਹ ਲਹਿਰਾਈ ਹੋਈ ਤਲਵਾਰ ਇੱਕਦਮ ਕਾਲਕਾ ਪ੍ਰਗਟ ਹੁੰਦੀ ਹੈ ਤੇ ਉਹ ਸਾਧ ਸੰਗਤ ਦੀ ਜਿਹੜੀ ਤਲਵਾਰ ਹੈ ਉਹਦੇ ਨਾਲ ਰਾਜੇ ਦਾ ਜਿਹੜਾ ਸਿਰ ਉਹ ਕਾਲਕਾ ਕਲਮ ਕਰ ਦਿੰਦੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇਹ ਸਾਰਾ ਕੌਤਕ ਤੱਕਦੇ ਨੇ, ਉਸ ਕਾਲਕਾ ਨੂੰ ਪੁੱਛਦੇ ਨੇ ਕਿ ਇਹ ਤੂੰ ਕੀ ਕੀਤਾ? ਇਹ ਰਾਜਾ ਤਾਂ ਤੈਨੂੰ ਖੁਸ਼ ਕਰਨ ਲਈ ਵੰਨ ਸਵੰਨੀਆਂ ਬਲੀਆਂ ਜਿਹੜੀਆਂ ਦਿੰਦਾ ਸੀ, ਤੈਨੂੰ ਖੁਸ਼ ਕਰਨ ਲਈ ਲੋਕਾਂ ਨੂੰ ਭੇਟ ਚੜਾਉਂਦਾ ਸੀ, ਪਰ ਉਸ ਕਾਲਕਾ ਦਾ ਜਵਾਬ ਸੀ ਕਿ ਇਹ ਤਾਂ ਅਧਰਮੀ ਸੀ, ਇਹ ਤਾਂ ਪਾਪੀ ਸੀ ਜਿਹੜਾ ਜੀਵ ਹੱਤਿਆ ਕਰਦਾ ਸੀ ਮੈਨੂੰ ਖੁਸ਼ ਕਰਨ ਲਈ। ਉਲਟਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਾਲਕਾ ਨੇ ਆਖਿਆ ਏ ਕਿ ਮੈਂ ਤਾਂ ਆਪਣੇ ਭਗਤਾਂ ਦੀ ਰੱਖਿਆ ਕਰਦੀ ਹਾਂ ਜਿਹੜੀ ਉਸ ਪਰਮਾਤਮਾ ਦੀ ਕੀਰਤੀ ਕਰਨ ਵਾਲੇ ਜਨ ਨੇ। ਅਜਿਹੇ ਬਚਨ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਣੇ ਨੇ ਉਸ ਕਾਲਕਾ ਦੇ ਮੁਖੋਂ, ਤੇ ਸਾਧ ਸੰਗਤ ਜੀ ਜਿਹੜਾ ਰਾਜਾ ਬਲੀ ਦਿੱਤਾ ਗਿਆ ਹੈ, ਉਸ ਰਾਜੇ ਦਾ ਪੁੱਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਪਹੁੰਚਿਆ ਹੈ। ਨਿਮਰਤਾ ਦੇ ਵਿੱਚ ਆ ਕਰਕੇ ਉਸ ਰਾਜੇ ਦੇ ਪੁੱਤਰ ਨੇ ਬੇਨਤੀ ਕੀਤੀ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਖੁਸ਼ ਹੋ ਕੇ ਉਹਨੂੰ ਸਿੱਖਿਆ ਦਿੱਤੀ ਹੈ ਕਿ ਸਤਨਾਮ ਦਾ ਜਾਪ ਕਰਨਾ ਹੈ, ਸੁਰਤ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੋੜਨੀ ਹੈ ਜਿਹਦੇ ਨਾਲ ਇਹ ਸਾਰੇ ਤੇਰੇ ਦੁੱਖ ਨੇ ਉਹ ਕੱਟੇ ਜਾਣਗੇ ਤੇ ਤੈਨੂੰ ਮੁਕਤੀ ਦਾ ਸਾਧਨ ਉਹ ਪ੍ਰਾਪਤ ਹੋਵੇਗਾ। ਹੁਣ ਅਜਿਹੇ ਹੁਕਮ ਮੰਨ ਕੇ ਜਦੋਂ ਉਹ ਰਾਜ ਗੱਦੀ ਦੇ ਬੈਠਾ ਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ ਕਰਕੇ ਆਪਣੇ ਰਾਜ ਦੇ ਵਿੱਚ ਇੱਕ ਧਰਮਸ਼ਾਲਾ ਬਣਵਾਈ ਹੈ ਤੇ ਧਰਮਸ਼ਾਲਾ ਦੇ ਵਿੱਚ ਬੈਠ ਕਰਕੇ ਸਾਧ ਸੰਗਤ ਜੀ ਰੋਜ਼ਾਨਾ ਉਹ ਰਾਜੇ ਦਾ ਪੁੱਤਰ ਤੇ ਰਾਜੇ ਦੀ ਜਿਹੜੀ ਪ੍ਰਜਾ ਹੈ ਉਹ ਕੀਰਤੀ ਕਰਦੀ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਅਨੁਸਾਰ ਉਹ ਸਾਰੇ ਸਾਧ ਸੰਗਤ ਜੀ ਸੁਖ ਪਾਉਂਦੇ ਹਨ। ਹੁਣ ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਰਮਕ ਖੰਡ ਦੇ ਵਿੱਚ ਪਹੁੰਚੇ ਨੇ। ਉਸ ਰਮਕ ਖੰਡ ਦੇ ਵਿੱਚ ਕੀ ਵਾਪਰੇਗਾ, ਆਓ ਸੁਰਤੀਆਂ ਬਿਰਤੀਆਂ ਨੂੰ ਕਰੀਏ ਇਕਾਗਰਚਿਤ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ। ਆਈਏ ਨਿਮਰਤਾ ਦੇ ਘਰ ਦੇ ਵਿੱਚ ਰਸਨਾ ਨੂੰ ਕਰੀਏ ਪਵਿੱਤਰ, ਬੁਲਾਈਏ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਪਈ ਪਹੁੰਚੇ ਰਮਕ ਖੰਡ ਗੁਸਾਈ, ਪੁਰ ਸਮੀਪ ਬੈਸਤ ਭੇਜਾਈ, ਕੀਤਕ ਮਨੁਜ ਤਹਾਂ ਚਲ ਆਏ, ਜਾਨ ਸੰਤ ਨਿਜ ਸੀਸ ਝੁਕਾਏ। ਪਹੁੰਚੇ ਰਮਕ ਖੰਡ ਗੁਸਾਈ, ਪੁਰ ਸਮੀਪ ਬੈਸਤ ਭੇਜਾਈ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਰਾਜੇ ਦਾ ਉਧਾਰ ਕਰਨ ਤੋਂ ਬਾਅਦ, ਉਸ ਰਾਜੇ ਦੇ ਪੁੱਤਰ ਨੂੰ ਉਪਦੇਸ਼ ਦੇਣ ਤੋਂ ਬਾਅਦ ਸਾਧ ਸੰਗਤ ਜੀ ਰਮਕ ਖੰਡ ਦੇ ਵਿੱਚ ਪਹੁੰਚੇ ਨੇ। ਰਮਕ ਖੰਡ ਦੇ ਵਿੱਚ ਇੱਕ ਬਹੁਤ ਵਧੀਆ ਨਗਰ ਬਣਿਆ ਹੋਇਆ ਹੈ, ਜਿਹਦੇ ਵਿੱਚ ਜਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠ ਗਏ ਹਨ। ਕੀਤਕ ਮਨੁਜ ਤਹਾਂ ਚਲ ਆਏ, ਜਾਨ ਸੰਤ ਨਿਜ ਸੀਸ ਝੁਕਾਏ। ਬਹੁਤ ਸਾਰੇ ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੀਪ ਭਾਵ ਕੇ ਨੇੜੇ ਆ ਗਏ ਨੇ ਤੇ ਨੇੜੇ ਆ ਕਰਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸੰਤ ਰੂਪ ਜਾਣ ਕਰਕੇ
ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਸੀਸ ਝੁਕਾ ਰਹੇ ਹਨ। ਨਿਕਟ ਬਿਲੋਕਤ ਨਹੀਂ ਜਗਤੇਸ਼ਾ, ਦੇਤ ਭਏ ਸ੍ਰੇਸ਼ਟ ਉਪਦੇਸ਼ਾ। ਤੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੀਆਂ ਸਾਧ ਸੰਗਤ ਦੀ ਖੇਡਾਂ ਨਿਆਰੀਆਂ ਹੀ ਨੇ, ਜਦੋਂ ਦੇਖਿਆ ਏ ਕਿ ਸਾਰੇ ਨਗਰ ਦੇ ਲੋਕ ਮੇਰੇ ਨਿਕਟ ਆ ਗਏ ਨੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਪਵਿੱਤਰ ਮੁਖ ਤੋਂ ਬਚਨ ਜਿਹੜੇ ਉਹ ਕਰਤੇ ਹਨ। ਸਤਨਾਮ ਸਿਮਰੋ ਦਿਨ ਰਾਤੀ, ਸੰਤ ਸੇਵਕਰ ਪ੍ਰੀਤ ਸੁਹਾਤੀ। ਤੇ ਨਾਲ ਹੀ ਸਿੱਖਿਆ ਦਿੱਤੀ ਹੈ ਕਿ ਤੁਸੀਂ ਦਿਨ ਰਾਤ ਉਸ ਪਰਮਾਤਮਾ ਦਾ ਸਿਮਰਨ ਕਰਨਾ ਹੈ। ਤੇ ਜਿਹੜੇ ਵੀ ਸੰਤ ਤੁਹਾਡੇ ਇਸ ਨਗਰ ਦੇ ਵਿੱਚ ਆਉਣ, ਉਹਨਾਂ ਦੇ ਨਾਲ ਪ੍ਰੀਤ ਪਾਉਣੀ ਹੈ ਤੇ ਭਾਵਨਾ ਦੇ ਨਾਲ ਉਹਨਾਂ ਸੰਤਾਂ ਦੀ ਤੁਸੀਂ ਸੇਵਾ ਕਰਨੀ ਹੈ। ਕੂਕਰ ਦ੍ਰਿਸ਼ਟ ਨ ਕਬ ਮਨ ਧਰਣੀ, ਸ਼ੇਰ ਦ੍ਰਿਸ਼ਟ ਗੁਰਮੁਖ ਹੋਆ ਕਰਣੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਜਿਹੜੀ ਆਪਣੀ ਨਜ਼ਰ ਹੈ ਉਹ ਤੁਸੀਂ ਇੱਕ ਕੁੱਤੇ ਦੀ ਤਰ੍ਹਾਂ ਨਹੀਂ ਰੱਖਣੀ, ਬਲਕਿ ਜਿਹੜਾ ਆਪਣਾ ਹੌਸਲਾ ਏ ਉਹ ਕੁੱਤੇ ਦੀ ਨਜ਼ਰ ਤੋਂ ਤਿਆਗ ਕੇ ਇੱਕ ਸ਼ੇਰ ਦੇ ਸਮਾਨ ਰੱਖਣਾ ਹੈ। ਹਰਖ ਸੋਗ ਦੁਖ ਸੁਖ ਮੈਂ ਤਿਆਗੋ, ਕਰਹੁ ਭਗਤ ਨਿਸ ਪਾਛਲ ਜਾਗੋ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਹਿ ਦਿੱਤਾ ਹੈ ਕਿ ਦੁੱਖ ਸੁਖ ਦੋਨੋਂ ਸਮ ਕਰ ਜਾਣਾ, ਔਰ ਮਾਨ ਅਪਮਾਨਾ ਐਸੀ ਜਿਹੜੀ ਸਿੱਖਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਦਿੱਤੀ ਹੈ। ਤੇ ਆਖਿਆ ਹੈ ਕਿ ਦੁੱਖ ਸੁੱਖ ਵੀ ਜਦੋਂ ਆ ਜਾਵੇ ਉਦੋਂ ਉਸ ਪਰਮਾਤਮਾ ਦੀ ਭਗਤੀ ਦੇ ਵਿੱਚ ਮਨ ਲਾ ਕਰਕੇ ਤੇ ਪਰਮਾਤਮਾ ਦੇ ਭਾਣੇ ਨੂੰ ਕਬੂਲਣਾ ਹੈ। ਤਾਂ ਹਮੇਸ਼ਾ ਪਿਛਲ ਰਾਤ ਨੂੰ ਜਾਗ ਕੇ ਉਸ ਪਰਮਾਤਮਾ ਦੀ ਭਗਤੀ ਤੁਸੀਂ ਸਾਰਿਆਂ ਨੇ ਕਰਨੀ ਹੈ। ਸੋਨ ਕਰ ਬੂਜਨ ਲੱਗੇ ਸੋ ਮਾਨਵ, ਦ੍ਰਿਸ਼ਟ ਜੋ ਕਹੀ ਹਮ ਹੀ ਨ ਜਾਣਵ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ ਨੇ, ਤੇ ਉਹ ਸਾਰੇ ਨਗਰ ਦੇ ਲੋਕ ਕਹਿਣ ਲੱਗੇ ਨੇ ਕਿ ਗੁਰੂ ਜੀ, ਆ ਜਿਹੜੇ ਤੁਸੀਂ ਬਚਨ ਸਾਡੇ ਨਾਲ ਸਾਂਝੇ ਕੀਤੇ ਨੇ, ਆ ਜਿਹੜੇ ਵਾਕ ਤੁਸੀਂ ਆਪਣੇ ਮੁਖ ਤੋਂ ਉਚਾਰੇ ਨੇ, ਇਹ ਜਿਹੜੀ ਗੱਲ ਹੈ ਸਾਡੀ ਸਮਝ ਦੇ ਵਿੱਚ ਨਹੀਂ ਪਈ, ਕਿਰਪਾ ਕਰਕੇ ਦੁਬਾਰਾ ਸਾਨੂੰ ਸਮਝਾਉਣਾ ਕਰੋ। ਖੋਲ ਅਰਥ ਏ ਭਾਨੋ ਗੁਸਾਈ, ਤੁਮ ਹੋ ਸੰਤ ਸਬਣ ਸੁਖਦਾਈ। ਤੇ ਕਹਿਣ ਲੱਗੇ ਨੇ ਕਿ ਗੁਰੂ ਜੀ, ਇਹਨਾਂ ਸ਼ਬਦਾਂ ਦੇ ਅਰਥ ਤੁਸੀਂ ਖੋਲ ਕਰਕੇ ਦੱਸਣਾ ਕਰੋ, ਭਾਵ ਕਿ ਸਾਨੂੰ ਚੰਗੀ ਤਰ੍ਹਾਂ ਸਮਝਾਉਣਾ ਕਰੋ, ਕਿਉਂਕਿ ਤੁਸੀਂ ਤਾਂ ਸੁੱਖਾਂ ਦੇ ਦਾਤੇ ਹੋ ਤੇ ਉਸ ਪਰਮਾਤਮਾ ਦੇ ਨਿਜ ਸਰੂਪ ਹੋ। ਕਿਰਪਾ ਨਿਦਾਨ ਪਾਣੀ ਤਬ ਬਾਨੀ, ਦ੍ਰਿਸ਼ਟ ਕੂਕਰੀ ਲਿਓ ਪਛਾਨੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਇਆ ਹੈ ਤੇ ਕਿਹਾ ਹੈ ਕਿ ਜਿਹੜੀ ਕੁੱਤੇ ਦੀ ਦ੍ਰਿਸ਼ਟੀ ਹੈ ਨਾ, ਉਹਦੀ ਤੁਸੀਂ ਪਛਾਣ ਭਾਵ ਕੇ ਉਹਨੂੰ ਸਮਝ ਲਵੋ। ਦੁੱਖ ਸੁਖ ਮੁਝ ਕੋ ਮਾਨਵ ਦੇਹੀ, ਈਸ਼ਵਰ ਕੀ ਗਤ ਲਖੇ ਨ ਕੀ। ਤੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਜਦੋਂ ਕਿਸੇ ਤੇ ਦੁੱਖ ਪੈਂਦਾ ਹੈ ਨਾ, ਤੇ ਲੋਕ ਸਮਝਦੇ ਨੇ ਕਿ ਇਹ ਜਿਹੜੇ ਦੁੱਖ ਨੇ ਸਾਨੂੰ ਕੋਈ ਮਨੁੱਖ ਦੇ ਰਿਹਾ ਹੈ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਕੂੜ ਹੈ, ਇਹ ਝੂਠ ਹੈ। ਜਿਹੜਾ ਦੁੱਖ ਸੁੱਖ ਹੈ ਇਹ ਪਰਮਾਤਮਾ ਦੀ ਦਿੱਤੀ ਹੋਈ ਰਜ਼ਾ ਏ ਤੇ ਇਸ ਨੂੰ ਭੋਗਣਾ ਪੈਂਦਾ ਹੈ।
ਮਾਰਨ ਹਾਰਨ ਜਨ ਹੈ ਸਵਾਨਾ, ਲਸ਼ਟਕ ਕੋ ਕਾਟਹਿ ਅਨਜਾਨਾ। ਤੇ ਸਾਧ ਸੰਗਤ ਜੀ, ਜਿਵੇਂ ਕੁੱਤੇ ਨੂੰ ਕਿਸੇ ਨੇ ਸੋਟੀ ਮਾਰੀ ਹੋਵੇ ਤੇ ਉਹ ਕੁੱਤਾ ਉਸ ਸੋਟੀ ਮਾਰਨ ਵਾਲੇ ਨੂੰ ਨਹੀਂ ਜਾਣ ਸਕਦਾ, ਤੇ ਕੀ ਹੈ ਅਣਜਾਣ ਪੁਣੇ ਦੇ ਵਿੱਚ ਉਸ ਸੋਟੀ ਨੂੰ ਕੀ ਹੈ ਦੰਦ ਮਾਰਦਾ, ਭਾਵ ਕਿ ਅਣਜਾਣ ਪੁਣੇ ਦੇ ਵਿੱਚ ਚੱਬਦਾ ਹੈ। ਇਸ ਪ੍ਰਕਾਰ ਕੋ ਜੋ ਨਰ ਹੋਏ, ਮਨ ਮੁਖ ਸਵਾਨ ਦ੍ਰਿਸ਼ਟ ਹੈ ਸੋਈ। ਤੇ ਇਸ ਤਰ੍ਹਾਂ ਜਿਹੜਾ ਮਨ ਮੁਖ ਭਾਵ ਕਿ ਆਪਣੇ ਮਨ ਦੀਆਂ ਇੰਦਰੀਆਂ ਦੇ ਪਿੱਛੇ ਲੱਗਣ ਵਾਲਾ ਮਨੁੱਖ ਹੈ, ਉਹਦੀ ਜਿਹੜੀ ਨਜ਼ਰ ਹੈ ਉਹ ਇੱਕ ਕੁੱਤੇ ਦੀ ਤਰ੍ਹਾਂ ਤੁਸੀਂ ਜਾਣਨਾ ਕਰੋ। ਕਿਸ ਪ੍ਰਕਾਰ ਦੁਖ ਸੁਖ ਬਨ ਆਵੈ, ਪਰਮੇਸ਼ਵਰ ਤੇ ਸਰਬਲ ਖਾਵੈ। ਹੁਣ ਉਹਨਾਂ ਨੇ ਸਵਾਲ ਕੀਤਾ ਹੈ ਕਿ ਗੁਰੂ ਜੀ ਸੁਖ ਦੁੱਖ ਆਉਂਦਾ ਕਿਵੇਂ ਹੈ, ਇਹਨਾਂ ਦੁੱਖਾਂ ਸੁੱਖਾਂ ਦਾ ਕਾਰਨ ਕੀ ਹੈ? ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਇਹ ਜਿਹੜੇ ਦੁੱਖ ਸੁੱਖ ਨੇ ਇਹ ਉਸ ਪਰਮਾਤਮਾ ਦੇ ਬਣਾਏ ਹੋਏ ਨੇ, ਇਹਨਾਂ ਨੂੰ ਪਰਮਾਤਮਾ ਵੱਲੋਂ ਦਿੱਤੇ ਜਿਹੜੇ ਨੇ ਉਹ ਜਾਣਨਾ ਕਰੋ। ਮਾਨੁਖ ਬਪੁਰਾ ਕੌਣ ਵਿਚਾਰਾ, ਕਰੈ ਕਾਜ ਸਭ ਸ੍ਰੀ ਕਰਤਾਰਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਮਝਾਇਆ ਕਿ ਮਨੁੱਖ ਇਸ ਜਗਤ ਦੇ ਵਿੱਚ ਕੁਝ ਨਹੀਂ, ਮਨੁੱਖ ਦੀ ਇੰਨੀ ਹਸਤੀ ਨਹੀਂ ਕਿ ਆਪਣੇ ਕਰਮ ਦੇ ਅਨੁਸਾਰ ਕੰਮ ਕਰ ਸਕੇ। ਇਹ ਤਾਂ ਕੇਵਲ ਤੇ ਕੇਵਲ ਉਹ ਪ੍ਰਮਾਤਮਾ, ਉਹ ਕਰਤਾਰ ਹੈ ਜਿਹੜਾ ਆਪਣੇ ਵਸ ਦੇ ਵਿੱਚ ਇਸ ਜਗਤ ਨੂੰ ਚਲਾ ਰਿਹਾ ਹੈ। ਜਿਉ ਕੇ ਹਰ ਤਜ ਸ਼ਸਤਰਨ ਸਾਰੇ, ਤੂਰਨ ਤੱਕ ਹਿਜ ਮਾਰਨ ਹਾਰੇ। ਤੇ ਜਿਵੇਂ ਸ਼ੇਰ ਹੈ ਉਹ ਸਾਰੀਆਂ ਗੱਲਾਂ ਨੂੰ ਤਿਆਗਦਾ ਹੋਇਆ ਕੇਵਲ ਤੇ ਕੇਵਲ ਆਪਣੇ ਸ਼ਿਕਾਰ ਵੱਲ ਧਿਆਨ ਦਿੰਦਾ ਹੈ। ਤਿਉ ਗੁਰਮੁਖ ਪਰਮੇਸ਼ੁਰ ਦਿਸਤੇ, ਲਖ ਸੋ ਦੁਖ ਸੁਖ ਆਪਰ ਨ ਕਿਸਤੇ। ਤੇ ਇਵੇਂ ਹੀ ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਗੁਰਮਤਿ ਦੇ ਪਾਂਧੀ ਬਣਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਿ ਉਹ ਸ਼ੇਰ ਦੀ ਨਿਆਈ ਬਣ ਕਰਕੇ ਇਹਨਾਂ ਦੁੱਖਾਂ ਸੁੱਖਾਂ ਵੱਲ ਧਿਆਨ ਨਹੀਂ ਦਿੰਦੇ, ਕੇਵਲ ਤੇ ਕੇਵਲ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹਦੇ ਵਿੱਚ ਆਪਣੀ ਲਿਵ ਜੋੜ ਕੇ ਰੱਖਦੇ ਹਨ। ਦੇਨ ਹਰ ਏਕੋ ਕਰਤਾਰਾ, ਇਉ ਤੁਮ ਲਖ ਹੋਏ ਨਿਸਤਾਰਾ। ਤੇ ਇਹ ਪ੍ਰਮਾਤਮਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਏ, ਸਾਰਿਆਂ ਦਾ ਰਿਜ਼ਕ ਦਾਤਾ ਏ। ਜਿਹੜੇ ਜੀਵ ਉਸ ਨੇ ਪੈਦਾ ਕੀਤੇ ਨੇ ਉਹਨਾਂ ਨੂੰ ਇਸ ਧਰਤੀ ਤੇ ਪਾਲਣ ਵਾਲਾ ਏ। ਤੇ ਤੁਸੀਂ ਇਸ ਤਰ੍ਹਾਂ ਜਾਣ ਲਵੋ ਕਿ ਜਿਹੜਾ ਮਨੁੱਖ ਇਸ ਧਰਤੀ ਤੇ ਰਹਿ ਕਰਕੇ ਚੰਗੇ ਜੀਵ ਬੀਜਦਾ ਏ, ਚੰਗੇ ਕਰਮ ਕਰਦਾ ਏ, ਉਹਦੀ ਮੁਕਤੀ ਜਿਹੜੀ ਉਹ ਨੀਅਤ ਸਮਝ ਲਵੋ। ਮਨ ਰੋਕਨ ਕੀ ਜੈ ਅਭਿਆਸਾ, ਵਿਸ਼ੈ ਬਾਸਨਾ ਹੋਏ ਸਭ ਨਾਸਾ। ਤੇ ਜੇਕਰ ਆਪਣੇ ਮਨ ਨੂੰ ਜਿਹੜਾ ਇੰਦਰੀਆਂ ਦੇ ਅਧੀਨ ਹੋ ਕਰਕੇ ਚੱਲਦਾ ਏ, ਜੇਕਰ ਕਿਤੇ ਤੁਸੀਂ ਇਸ ਮਨ ਨੂੰ ਰੋਕ ਲਵੋ, ਜੇਕਰ ਕਿਤੇ ਇਸ ਮਨ ਨੂੰ ਤੁਸੀਂ ਭਗਤੀ ਦੇ ਵੱਲ ਲਾ ਲਵੋ, ਤੇ ਇਹ ਜਿਹੜੇ ਤੁਹਾਡੇ ਸਰੀਰ ਦੇ ਦੁੱਖ ਸੁੱਖ ਨੇ ਇਹ ਸਾਰੇ ਨਾਸ਼ ਤਾਂ ਹੋਣਗੇ, ਪਰ ਜਿਹੜੀ ਮੁਕਤੀ ਦਾ ਸਾਧਨ ਹੈ ਉਹ ਵੀ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਕੇਤਕ ਦਿਵਸ ਰਹਿ ਕਰ ਤੇ ਥਾਨਾ, 300 ਅਸ ਉਪਦੇਸ਼ ਬਖਾਨਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਝ ਕੁ ਦਿਨ ਉਸ ਅਸਥਾਨ ਤੇ ਰਹੇ ਨੇ, ਤੇ ਉਸ ਅਸਥਾਨ ਤੇ ਸਾਧ ਸੰਗਤ ਜੀ ਰਹਿ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਚੰਗੀਆਂ ਸਿੱਖਿਆਵਾਂ ਉਹਨਾਂ ਲੋਕਾਂ ਨੂੰ ਦ੍ਰਿੜਾਈਆਂ ਨੇ
ਤੇ ਜਿਹੜੇ ਕੁਕਰਮੀ ਲੋਕ ਨੇ ਉਹਨਾਂ ਨੂੰ ਚੰਗੇ ਰਸਤੇ ਤੇ ਤੋਰਿਆ ਹੈ। ਬੇਦਾ ਹੋਏ ਕੀਨੋ ਪੁਨ ਗਵਨੰ, ਭਦਰਖੰਡ ਪਹੁੰਚੇ ਗੁਣ ਪਵਨੰ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਾਂ ਤੋਂ ਚੱਲ ਪਏ ਨੇ ਤੇ ਅੱਗੇ ਨਵਾਂ ਖੰਡ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਚੁਣਿਆ ਏ, ਜਿਹੜਾ ਕਿ ਭੱਦਰਖੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੇ ਨ੍ਰਿਪ ਸੁਣਿਓ ਸੰਤਪੁਰ ਆਏ, ਮਿਲਨੋ ਆਨ ਕਰ ਸੀਸ ਝੁਕਾਏ। ਹੁਣ ਜਿਹੜਾ ਭੱਦਰਖੰਡ ਦਾ ਰਾਜਾ ਹੈ, ਜਦੋਂ ਸਾਧ ਸੰਗਤ ਜੀ ਉਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਉਣਾ ਸੁਣਿਆ ਹੈ ਕਿ ਸਾਡੇ ਨਗਰ ਦੇ ਵਿੱਚ ਚੰਗੇ ਸੰਤ ਆਏ ਹੋਏ ਨੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਧ ਸੰਗਤ ਜੀ ਅੱਗੇ ਆਇਆ ਏ, ਆਪਣਾ ਸੀਸ ਝੁਕਾ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਅਦਬ ਦੇ ਨਾਲ ਨਮਸਕਾਰ ਕਰਨੀ ਕੀਤੀ ਹੈ। ਬੰਦ ਹਾਥ ਦੁਆ ਬੈਠ ਸਮੀਪਾ, ਬੋਲਿਓ ਕੌਲ ਨਾ ਬਿਆਵਨੀ ਪਾ। ਤੇ ਸਾਧ ਸੰਗਤ ਜੀ ਦੋਵੇਂ ਹੱਥ ਜੋੜ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਨਿਮਾਣਾ ਜਿਹਾ ਹੋ ਕਰਕੇ ਬੈਠਿਆ ਏ, ਤੇ ਉਸ ਰਾਜੇ ਦਾ ਨਾਮ ਕੌਲ ਨਾਭ ਦੱਸਿਆ ਹੈ। ਤੇ ਸਾਧ ਸੰਗਤ ਜੀ ਉਸ ਕੌਲ ਨਾਭ ਰਾਜੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਬਚਨ ਸਾਂਝੇ ਕੀਤੇ ਹਨ। ਆਸ਼ਰਮ ਚਾਰ ਲਿਖੇ ਜੋ ਆਹੀ, श्रेष्ठ कौन कहो इस माई। ते हिंदू धर्म दे विच साध संगत जी चार आश्रम मन्ने गए ने। चाओ आश्रमां नूं साध संगत जी हिंदू धर्म दे विच अपनाया जांदा है। पहला आश्रम है ब्रह्मचर्य, तीन आश्रम होर ने ते आखिरी जिहड़ा आश्रम है साध संगत जी वो है बानप्रस्थ। ਇਹ ਜਿਹੜੇ ਚਾਰ ਆਸ਼ਰਮ ਹਿੰਦੂ ਇਹਨਾਂ ਨੂੰ ਮੰਨਦੇ ਨੇ, ਤੇ 5 ਸਾਲਾਂ ਦਾ ਇਹਨਾਂ ਦਾ ਸਾਧ ਸੰਗਤ ਜੀ ਜਿਹੜਾ ਸਮਾਂ ਉਹ ਨਿਯਤ ਕੀਤਾ ਹੋਇਆ ਹਿੰਦੂਆਂ ਨੇ ਕਿ 1 ਸਾਲ ਤੋਂ 25 ਸਾਲ ਦੀ ਉਮਰ ਦੇ ਵਿੱਚ ਆਹ ਕਰਨਾ ਹੈ, 25 ਤੋਂ 50 ਸਾਲ ਦੀ ਉਮਰ ਦੇ ਵਿੱਚ ਆਹ ਅਸੀਂ ਕਾਰਜ ਕਰਨਾ ਹੈ, ਤੇ 50 ਤੋਂ 75 ਦੇ ਵਿੱਚ ਆਹ ਕਾਰਜ ਕਰਨਾ ਹੈ, ਤੇ 75 ਤੋਂ 100 ਦੇ ਵਿੱਚ ਅਸੀਂ ਵਾਨਪ੍ਰਸਥ ਆਸ਼ਰਮ ਜਿਹੜਾ ਉਹ ਧਾਰਨ ਕਰਨਾ ਹੈ। ਇਹ ਚਾਰ ਆਸ਼ਰਮ ਇਹਨਾਂ ਹਿੰਦੂਆਂ ਦੇ ਨੇ ਸਾਧ ਸੰਗਤ ਜੀ। ਹੁਣ ਉਸ ਕੌਲ ਨਾਭ ਰਾਜੇ ਨੇ ਮਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਪ੍ਰਸ਼ਨ ਕੀਤਾ ਏ ਕਿ ਮਹਾਰਾਜ ਇਹ ਜਿਹੜੇ ਚਾਰ ਆਸ਼ਰਮ ਸ਼ਾਸਤਰਾਂ ਦੇ ਵਿੱਚ ਲਿਖੇ ਹੋਏ ਨੇ, ਇਹਨਾਂ ਵਿੱਚੋਂ ਕਿਹੜਾ ਸ੍ਰੇਸ਼ਟ ਹੈ, ਇਹ ਸਾਨੂੰ ਦੱਸਣਾ ਕਰੋ। ਪੂਰਨ ਸੰਤ ਜਾਨ ਕਰ ਪੂਛਾ, ਕਰਹੁ ਮੁਝੈ ਸੰਸਤੇ ਸ਼ੂਸ਼ਾ। ਤੇ ਕਹਿਣ ਲੱਗਾ ਕਿ ਗੁਰੂ ਜੀ ਇਹ ਨਾ ਜਾਣਿਓ ਕਿ ਮੈਂ ਤੁਹਾਡੇ ਤੇ ਭਰਮ ਕੀਤਾ ਹੈ, ਮੈਂ ਤਾਂ ਤੁਹਾਨੂੰ ਇੱਕ ਸੰਤ ਰੂਪ ਜਾਣ ਕਰਕੇ ਆਪਣੀ ਨਿਵਰਤੀ ਲਈ ਇਹ ਪ੍ਰਸ਼ਨ ਜਿਹੜੇ ਉਹ ਕਰਨੇ ਕੀਤੇ ਹਨ ਕਿ ਤਾਂ ਜੋ ਮੇਰੀ ਜਿਹੜੀ ਨਿਵਰਤੀ ਹੈ ਹੋ ਸਕੇ ਤੇ ਮੈਂ ਆਪਣਾ ਜੀਵਨ ਜਿਹੜਾ ਉਹ ਸੁੱਖਾਂ ਦੇ ਨਾਲ ਬਤੀਤ ਕਰ ਸਕਾਂ। ਸੁਨ ਕਰ ਬੋਲੇ ਬਚਨ ਕਿਰਪਾਲਾ, ਸਭ ਤੇ ਜਾਨੋ ਗ੍ਰਸਤ ਵਿਸਾਲਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਕੌਲ ਨਾਭ ਰਾਜੇ ਨੂੰ ਦੱਸਿਆ ਏ ਕਿ ਇਹਨਾਂ ਚੌਂ ਆਸ਼ਰਮਾਂ ਦੇ ਵਿੱਚੋਂ ਜਿਹੜਾ ਤੀਸਰਾ ਆਸ਼ਰਮ ਹੈ ਨਾ, ਗ੍ਰਸਤ ਆਸ਼ਰਮ, ਉਹ ਸਾਰਿਆਂ ਆਸ਼ਰਮਾਂ ਤੋਂ ਤੁਸੀਂ ਉੱਤਮ ਜਾਣਨਾ ਕਰੋ। ਉਤਪਤ ਕਰਨ ਹਾਰ ਸਭ ਹੀ ਕੋ, ਬਹੁਰੋ ਪਾਲਨ ਕਰ ਅਨੇਕੋ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਮਝਾਇਆ ਕਿ ਜਿਹੜੇ ਹੋਰ 3 ਆਸ਼ਰਮ ਨੇ, ਉਹ 3 ਆਸ਼ਰਮ ਵੀ ਇਹਨਾਂ ਵਿੱਚੋਂ ਹੀ ਨਿਕਲਦੇ ਨੇ। ਤੇ ਮਨੁੱਖ ਕੀ ਹੈ, ਜਦੋਂ ਜੰਮਦਾ ਏ ਉਹ ਇਹਨਾਂ 3 ਆਸ਼ਰਮਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਦਾ ਹੈ। ਜਿਉ ਜਲ ਕਮਲਨ ਕੋ ਨਿਪਜਾਈ,
ਬਾਹਰੋ ਪਾਲਣ ਕਰਹਿ ਬਣਾਈ। ਤੇ ਜਿਵੇਂ ਪਾਣੀ ਹੈ ਉਹਦੇ ਵਿੱਚੋਂ ਕਮਲ ਉਪਜਦਾ ਏ ਤੇ ਉਹ ਪਾਣੀ ਸਾਧ ਸੰਗਤ ਜੀ ਕਮਲ ਦੀ ਉਤਪੰਨ ਕਰਦਾ ਹੈ ਨਾ, ਭਾਵ ਕੇ ਕਮਲ ਦੀ ਯਤਨਾ ਕਰਦਾ ਹੈ, ਕਮਲ ਨੂੰ ਪਾਲਦਾ ਏ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਵੀ ਉਹਨੂੰ ਸਮਝਾਇਆ ਏ ਕਿ ਇਹ ਜਿਹੜਾ ਗ੍ਰਸਥ ਆਸ਼ਰਮ ਹੈ ਇਹਦੇ ਵਿੱਚੋਂ ਹੀ ਸਾਰੇ ਜਿਹੜੇ ਆਸ਼ਰਮ ਉਤਪੰਨ ਹੁੰਦੇ ਹਨ। ਮੂਲ ਬਿਟਪ ਕੋ ਗ੍ਰਸਥ ਪਛਾਨੋ, ਆਸ਼ਰਮ ਅਪਰਜ ਸ਼ਾਖਾ ਮਾਨੋ। ਤੇ ਜਿਹੜਾ ਗ੍ਰਸਥ ਆਸ਼ਰਮ ਹੈ ਇਹਨੂੰ ਤੁਸੀਂ ਰੁੱਖ ਕਰਕੇ ਜਾਣਨਾ ਕਰੋ। ਤੇ ਜਿਹੜੇ 3 ਆਸ਼ਰਮ ਨੇ ਉਹ ਇਹਨਾਂ ਦੀਆਂ ਟਾਹਣੀਆਂ ਜਾਣਨੀਆਂ ਕਰੋ। ਯਾ ਕੋਲ ਕੋ ਸਮੁੰਦਰ ਮਸਾਨਾ, ਮੁਕਤਾ ਦਿਕ ਨਿਕ ਸਤੁ ਹੈ ਨਾਨਾ। ਤੇ ਇਸ ਆਸ਼ਰਮ ਨੂੰ ਤੁਸੀਂ ਸਮੁੰਦਰ ਦੀ ਨਿਆਈ ਜਾਣਨਾ ਕਰੋ। ਤੇ ਸਮੁੰਦਰ ਦੇ ਵਿੱਚ ਵੜ ਕਰਕੇ ਜਿਹੜੇ ਹੀਰੇ ਮੋਤੀ ਨੇ ਉਹਨਾਂ ਨੂੰ ਤੁਸੀਂ ਇਹਦੇ ਵਿੱਚ ਵੜ ਕਰਕੇ ਲੱਭਣਾ ਕਰੋ। ਭਾਵ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੂੰ ਇਹ ਇਸ਼ਾਰਾ ਦੇ ਰਹੇ ਨੇ ਕਿ ਸਾਰਿਆਂ ਆਸ਼ਰਮਾਂ ਦੇ ਵਿੱਚੋਂ ਗ੍ਰਸਥ ਜਿਹੜਾ ਆਸ਼ਰਮ ਹੈ ਉਹ ਸਭ ਤੋਂ ਉੱਤਮ ਹੈ। ਤੇ ਸਾਧ ਸੰਗਤ ਜੀ ਗ੍ਰਸਥ ਇੱਕ ਅਜਿਹੀ ਚੀਜ਼ ਹੈ ਜਿਹਦੇ ਨਾਲ ਮਨੁੱਖ ਦੇ ਮਨ ਤੇ ਵੀ ਕਾਬੂ ਆਉਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਰਿਆਂ ਨੂੰ ਇਹ ਗ੍ਰਸਥ ਧਰਮ ਕਰਨ ਦੀ ਜਿਹੜੀ ਆਗਿਆ ਵੀ ਦਿੱਤੀ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਗ੍ਰਸਥ ਜੀਵਨ ਧਾਰਨ ਕਰਨ ਲਈ ਇੱਕ ਮਰਿਆਦਾ ਦਿੱਤੀ ਹੈ, ਜੋ ਅਸੀਂ 4 ਲਾਵਾਂ ਦਾ ਪਾਠ ਕਰਕੇ ਤੇ ਇਸ ਧਰਮ ਦੇ ਵਿੱਚ ਪ੍ਰਵੇਸ਼ ਕਰਦੇ ਹਾਂ। ਤੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਉਸ ਕੌਲ ਨਾਮ ਨੂੰ ਇਹ ਗੱਲ ਸਮਝਾ ਰਹੇ ਨੇ ਕਿ ਸਾਰਿਆਂ ਆਸ਼ਰਮਾਂ ਦੇ ਵਿੱਚੋਂ ਜਿਹੜਾ ਗ੍ਰਸਥ ਆਸ਼ਰਮ ਹੈ ਉਹ ਸਾਰਿਆਂ ਤੋਂ ਮਹਾਨ ਹੈ। ਵੰਡ ਖਾਏ ਅਰਦਾਨ ਕਰੇ, ਛੂਛ ਨਾ ਫਿਰੇ ਅਭਿਆਗਤ ਜੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਮਝਾਇਆ ਕਿ ਗ੍ਰਸਥ ਕੱਲਾ ਧਰਮ ਕਾਰ ਜਿਹੜਾ ਹੈ ਉਹ ਧਾਰਨ ਕਰ ਲੈਣਾ ਕੋਈ ਵੱਡੀ ਗੱਲ ਨਹੀਂ, ਪਰ ਇਸ ਗ੍ਰਸਥ ਦੇ ਵਿੱਚ ਰਹਿ ਕਰਕੇ ਕਾਰਜ ਕੀ ਕਰਨੇ ਨੇ ਕਿ ਜੇਕਰ ਕਿਸੇ ਲੋੜਵੰਦ ਵਿਅਕਤੀ ਨੂੰ ਧਨ ਦੀ ਲੋੜ ਹੈ, ਜੇਕਰ ਕਿਸੇ ਲੋੜਵੰਦ ਵਿਅਕਤੀ ਨੂੰ ਦੌਲਤ ਦੀ ਲੋੜ ਹੈ, ਲੰਗਰ ਦੀ ਲੋੜ ਹੈ, ਉਹਨਾਂ ਦੇ ਨਾਲ ਵੰਡ ਕਰਕੇ ਛਕਣਾ ਹੈ। ਤੇ ਸਾਰਿਆਂ ਨੂੰ ਇੱਕ ਰੂਪ ਸਮਾਨ ਕਰਕੇ ਉਸ ਪਰਮਾਤਮਾ ਦਾ ਜੀਵ ਸਮਝਣਾ ਹੈ। ਨੀਰਕੂਪ ਤੇ ਨਿਕਸਤ ਨਾਏ, ਠਹਿਰਤ ਗੰਦਾ ਹੋਇ ਤਿਸ ਸਮਾਏ। ਤੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਦਾਹਰਨ ਦਿੱਤੀ ਹੈ ਕਿ ਜੇਕਰ ਖੂਹ ਦੇ ਵਿੱਚੋਂ ਪਾਣੀ ਨਾ ਕੱਢਿਆ ਜਾਵੇ, ਜੇਕਰ ਪਾਣੀ ਉਸੇ ਤਰ੍ਹਾਂ ਭਰਿਆ ਰਹਿਣ ਦਿੱਤਾ ਜਾਵੇ ਤੇ ਜਿਹੜਾ ਖੂਹ ਹੈ ਨਾ ਉਹ ਸਾਧ ਸੰਗਤ ਜੀ ਜਿਹੜਾ ਜਾਲੇ ਦੇ ਕਾਰਨ ਬੁੱਸ ਜਾਂਦਾ ਹੈ ਤੇ ਉਹਦੇ ਵਿੱਚੋਂ ਬਦਬੂ ਜਿਹੜੀ ਉਹ ਉਤਪੰਨ ਹੁੰਦੀ ਹੈ। ਨਿਕਸਤ ਰਹਿ ਨੀਰ ਜੇਤਾਓ, ਮਧੁਰ ਹੋਏ ਜਾਨ ਸਭ ਕਾਊ। ਤੇ ਜੇਕਰ ਉਸੇ ਖੂਹ ਦੇ ਵਿੱਚੋਂ ਪਾਣੀ ਨਿਕਲਦਾ ਰਵੇ, ਜੇਕਰ ਉਸ ਖੂਹ ਦਾ ਨਿਕਾਸ ਹੁੰਦਾ ਰਵੇ ਤਾਂ ਉਸੇ ਖੂਹ ਦਾ ਪਾਣੀ ਬੁੱਸਦਾ ਨਹੀਂ, ਉਹ ਪੀਣ ਦੇ ਵਿੱਚ ਹੋਰ ਮਿੱਠਾ ਲੱਗਦਾ ਹੈ ਤੇ ਸਾਨੂੰ ਰਸ ਦਿਵਾਉਂਦਾ ਹੈ। ਤਿਉ ਗ੍ਰਸਤੀ ਕੀ ਰੀਤ ਸੁਹਾਏ, ਕਰਹਿ ਜਿ ਨਰ ਇਤ ਉਤ ਸੁਖ ਪਾਏ। ਤੇ ਤਿਵੇਂ ਹੀ ਇਹ ਖੂਹ ਦੇ ਪਾਣੀ ਦੀ ਤਰ੍ਹਾਂ ਗ੍ਰਸਤ ਜਿਹੜਾ ਧਰਮ ਹੈ ਉਹ ਤੁਸੀਂ ਜਾਣਨਾ ਕਰੋ। ਤੇ ਜਿਹੜਾ ਮਨੁੱਖ ਗ੍ਰਸਤ ਧਾਰਨ ਕਰਦਾ ਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਦੁਨੀਆ ਦੇ ਸੁੱਖ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ। ਗ੍ਰਸਤ ਬਿਖ ਆਤਮ ਅਭਿਆਸਾ, ਕਰਤ ਰਹਿ ਸਿਮਰ ਸੁਖ ਰਾਸਾ।
ਤੇ ਕਹਿ ਰਹੇ ਨੇ ਕਿ ਗ੍ਰਸਥ ਦੇ ਵਿੱਚ ਰਹਿ ਕਰਕੇ ਜਿਹੜਾ ਉਸ ਪ੍ਰਮਾਤਮਾ ਦੀ ਭਗਤੀ ਨੂੰ ਮਨ ਲਾ ਕੇ ਸਿਮਰਦਾ ਏ, ਅਭਿਆਸ ਕਰਦਾ ਏ, ਉਹਨੂੰ ਸਾਰੇ ਜਿਹੜੇ ਸੁੱਖ ਨੇ ਉਹ ਪ੍ਰਾਪਤ ਹੁੰਦੇ ਹਨ। ਭਾਉ ਭਗਤ ਕਰ ਕ੍ਰਿਤ ਕੋ ਕਰਹੀ, ਤਿਨ ਕੀ ਉਪਮਾ ਕੌਣ ਉਚਰਈ। ਤੇ ਉਸ ਕਰਤਾਰ ਦੇ ਪ੍ਰਤੀ ਚੰਗੀ ਭਾਵਨਾ ਰੱਖਦੇ ਨੇ। ਭਾਵਨਾ ਦੇ ਨਾਲ ਜੇਕਰ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਤਾਂ ਉਹਨਾਂ ਦੀ ਜਿਹੜੀ ਵਡਿਆਈ ਹੈ ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ। ਬੇਲ ਸੰਗ ਖਰਬੂਜਾ ਜੋਏ, ਵਾਇ ਪਰ ਪਕ ਮਦਰੋ ਅਤ ਸੋਈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਹਿਲਾਂ ਕਮਲ ਦੀ ਉਦਾਹਰਨ ਦਿੱਤੀ ਹੈ, ਬਾਅਦ ਵਿੱਚ ਸਾਧ ਸੰਗਤ ਜੀ ਆਪਾਂ ਨੂੰ ਖੂਹ ਦੇ ਪਾਣੀ ਦੀ ਉਦਾਹਰਨ ਦਿੱਤੀ। ਹੁਣ ਤੀਸਰੀ ਉਦਾਹਰਨ ਗ੍ਰਸਥ ਧਰਮ ਦੀ ਕੀ ਦੇ ਰਹੇ ਨੇ ਕਿ ਜਿਵੇਂ ਇੱਕ ਖਰਬੂਜਾ ਏ, ਜੇਕਰ ਉਹ ਵੇਲ ਦੇ ਨਾਲ ਜੁੜਿਆ ਰਵੇ ਤੇ ਉਹ ਮਿੱਠਾ ਰਹਿੰਦਾ ਹੈ ਨਾ, ਤੇ ਜੇਕਰ ਉਹ ਵੇਲ ਦੇ ਨਾਲੋਂ ਆਪਣਾ ਸੰਬੰਧ ਤੋੜ ਦੇਵੇ ਤੇ ਕੀ ਹੁੰਦਾ ਏ ਕਿ ਉਹਦਾ ਜਿਹੜਾ ਸਵਾਦ ਹੈ ਸਾਧ ਸੰਗਤ ਜੀ ਉਹ ਬਦਲ ਜਾਂਦਾ, ਮਿੱਠਾ ਨਹੀਂ ਰਹਿੰਦਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਸਾਨੂੰ ਇਹ ਗ੍ਰਸਥ ਦੇ ਪ੍ਰਤੀ ਸਮਝਾ ਰਹੇ ਹਨ। ਜੇ ਡਾਲੀ ਤੇ ਤੋਰ ਪਕਾਵੇ, ਮధుਰ ਤੋਰ ਪੁਨ ਦਾਗ ਲਗਾਵੇ। ਤੇ ਜੇਕਰ ਉਸ ਨੂੰ ਸਮੇਂ ਤੋਂ ਪਹਿਲਾਂ ਵੇਲ ਤੋਂ ਤੋੜ ਦਈਏ ਤੇ ਕੀ ਹੁੰਦਾ ਏ, ਉਹ ਤਾਂ ਮਿੱਠਾ ਤੇ ਹੁੰਦਾ ਨਹੀਂ, ਪਰ ਉਸ ਖਰਬੂਜੇ ਤੇ ਜਿਹੜੇ ਦਾਗ ਨੇ ਉਹ ਲੱਗਣੇ ਸ਼ੁਰੂ ਹੋ ਜਾਂਦੇ ਹਨ। ਸੁਨੇ ਬਚਨ ਹਰ ਖਾਏ ਪਵੱਲਾ, ਬੰਧਨ ਕੀ ਹੋਇ ਨਾਮ ਵਿਸਾਲਾ। ਹੁਣ ਰਾਜੇ ਨੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਤਿੰਨ ਉਦਾਹਰਨਾਂ ਸੁਣੀਆਂ ਨੇ ਕਿ ਜਿਹੜਾ ਕਮਲ ਹੈ ਉਹਨੂੰ ਪਾਣੀ ਪਾਲਦਾ ਏ, ਜਿਹੜਾ ਖੂਹ ਏ ਜੇਕਰ ਉਹਦੇ ਵਿੱਚੋਂ ਪਾਣੀ ਨਾ ਕੱਢਿਆ ਜਾਵੇ ਤੇ ਉਹ ਬੁੱਸ ਜਾਂਦਾ ਏ, ਜੇਕਰ ਉਸੇ ਖੂਹ ਦੇ ਵਿੱਚੋਂ ਪਾਣੀ ਰੋਜ਼ਾਨਾ ਵਰਤਿਆ ਜਾਵੇ ਤਾਂ ਉਸ ਪਾਣੀ ਦੀ ਜਿਹੜੀ ਮਿੱਠਤਾ ਹੋਰ ਵੱਧਦੀ ਜਾਂਦੀ ਹੈ। ਤੀਸਰੀ ਉਦਾਹਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਦਿੱਤੀ ਹੈ ਕਿ ਜੇਕਰ ਖਰਬੂਜਾ ਇੱਕ ਵੇਲ ਦੇ ਨਾਲ ਲੱਗਾ ਰਵੇ ਤਾਂ ਉਹ ਵਧੇਰੇ ਸਵਾਦ ਸਾਨੂੰ ਦਿੰਦਾ ਹੈ ਨਾ, ਤੇ ਜੇਕਰ ਉਸ ਨੂੰ ਸਮੇਂ ਤੋਂ ਪਹਿਲਾਂ ਵੇਲ ਦੇ ਨਾਲੋਂ ਤੋੜ ਲਈਏ, ਭਾਵ ਕਿ ਜੇਕਰ ਉਸ ਖਰਬੂਜੇ ਦਾ ਸੰਬੰਧ ਵੇਲ ਦੇ ਨਾਲੋਂ ਟੁੱਟ ਜਾਵੇ ਤਾਂ ਉਹ ਦਾਗੀ ਤਾਂ ਹੁੰਦਾ ਹੈ, ਉਹਦਾ ਜਿਹੜਾ ਸਵਾਦ ਉਹ ਵੀ ਬਕਬਗਾ ਹੋ ਜਾਂਦਾ ਹੈ। ਹੁਣ ਜਦੋਂ ਅਜਿਹੇ ਸਾਧ ਸੰਗਤ ਜੀ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਸ ਕੌਲ ਨਾਭ ਰਾਜੇ ਨੇ ਸੁਨੇ ਨੇ ਤੇ ਰਾਜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਸੁਣਦਿਆਂ ਸਾਰ ਬਹੁਤ ਪ੍ਰਸੰਨ ਹੋਇਆ। ਕਿਤਕ ਦਿਵਸ ਨਿਜਪੁਰ ਮਹਿ ਡੇਰਾ, ਰਾਖਿਓ ਕਰ ਕਾ ਭਾਉ ਕਨੇਰਾ। ਹੁਣ ਉਸ ਰਾਜੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਤੀ ਬਹੁਤ ਸਾਰਾ ਸਾਧ ਸੰਗਤ ਜੀ ਜਿਹੜਾ ਮਨ ਦੇ ਵਿੱਚ ਪਿਆਰ ਉਹ ਧਾਰਨ ਕੀਤਾ ਹੈ ਤੇ ਬਹੁਤੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਹੈ ਤੇ ਬਹੁਤ ਸਮਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਪਣੇ ਗ੍ਰਾਮ ਭਾਵ ਕੇ ਆਪਣੇ ਨਗਰ ਦੇ ਵਿੱਚ ਰੱਖਿਆ ਹੈ। ਤੇ ਉਪਦੇਸ਼ ਦੀਨ ਜਗਤੇਸ਼ਾ, ਸਿਮਰਨ ਲਾਗਿਓ ਕਰਨ ਨਰੇਸ਼ਾ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਰਾਜੇ ਦੇ ਐਸੇ ਸਾਧ ਸੰਗਤ ਜੀ ਸ਼ੰਕੇ ਨਿਵਰਤ ਕੀਤੇ ਨੇ ਕਿ ਉਹ ਜਿਹੜਾ ਰਾਜਾ ਹੈ ਜਿਹੜੇ ਮਨ ਦੇ ਵਿੱਚ ਸ਼ੰਕੇ ਸਨ ਉਹ ਸ਼ੰਕੇ ਨਿਵਰਤ ਹੋ ਗਏ ਨੇ ਤੇ ਹੁਣ ਦਿਨ ਰਾਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਮੰਨ ਕਰਕੇ ਤੇ ਭਗਤੀ ਦੇ ਵਿੱਚ ਲੱਗ ਗਿਆ ਹੈ। ਕਰਨੀ ਭਗਤ ਤਬ ਹੀ ਪ੍ਰਗਟਾਈ, ਗੁਰ ਸਿੱਖੀ ਕੀ ਰੀਤ ਚਲਾਈ। ਐਸੀ ਕਿਰਪਾ ਹੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ
कि सारे जिहड़े कीते कुकर्म ने उन्हां नूं त्याग करके गुरु नानक देव जी महाराज जी की सिੱਖੀ ਦਾ ਸਾਧ ਸੰਗਤ ਜੀ ਪ੍ਰਚਾਰ ਉਹ ਰਾਜਾ ਕਰਨ ਲੱਗਾ ਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਤੀ ਮਨ ਦੇ ਵਿੱਚ ਸ਼ਰਧਾ ਧਾਰ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਹ ਸਿੱਖ ਬਣਿਆ ਹੈ। ਬੇਦਾ ਹੋਏ ਗਾਮਣੀ ਗੁਣ ਖਾਨੀ ਮਰਦਾਨੇ ਸੋ ਬੋਲੇ ਬਾਨੀ। ਹੁਣ ਗੁਣਾ ਦੇ ਖਾਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੋਂ ਚੱਲ ਪਏ ਨੇ ਤੇ ਸਾਧ ਸੰਗਤ ਜੀ ਹੁਣ ਮਰਦਾਨੇ ਨੂੰ ਕੀ ਕਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅਸ਼ਟ ਖੰਡ ਇਹ ਤੁਝੈ ਦਿਖਾਏ ਨੌਮ ਭਾਰਤ ਖੰਡ ਗਨਾਏ। ਤੇ ਕਹਿਣ ਲੱਗੇ ਨੇ ਮਰਦਾਨਿਆ ਤੈਨੂੰ 8 ਖੰਡ ਜਿਹੜੇ ਨੇ ਉਹ ਦਿਖਾ ਦਿੱਤੇ ਨੇ, 8 ਖੰਡਾਂ ਦੀ ਸੈਰ ਤੈਨੂੰ ਕਰਵਾ ਦਿੱਤੀ ਹੈ ਜਿਹਦੇ ਵਿੱਚ ਵੱਖਰੇ ਵੱਖਰੇ ਲੋਕ ਜਿਹੜੇ ਨੇ ਉਹ ਤੈਨੂੰ ਵੇਖਣ ਲਈ ਮਿਲੇ ਸਨ। ਹੁਣ ਜਿਹੜਾ ਮੈਂ 9ਵਾਂ ਜਿਹੜਾ ਖੰਡ ਭਾਰਤ ਖੰਡ ਤੈਨੂੰ ਗਨਾਇਆ ਸੀ ਚੱਲ ਕਰ ਅਬ ਹੈ ਦਿਖਾਵਹਿ ਉਹੀ ਜਹ ਪਰਵਾਰ ਸਦਨ ਹੈ ਤੋਈ। ਤੇ ਕਹਿਣ ਲੱਗੇ ਨੇ ਮਰਦਾਨਿਆ ਚੱਲ ਹੁਣ ਚਲੀਏ, ਜਿਹੜਾ ਮੈਂ ਤੈਨੂੰ ਭਾਰਤ ਖੰਡ ਦਿਖਾਇਆ ਸੀ ਜਿਹਦੀ ਮੈਂ ਤੈਨੂੰ ਜਾਚਨਾ ਕੀਤੀ ਸੀ ਜਿੱਥੇ ਤੇਰੇ ਪਰਿਵਾਰ ਦਾ ਟਿਕਾਣਾ ਭਾਵ ਕਿ ਤੇਰਾ ਘਰ ਹੈ। ਸੁਣ ਮਰਦਾਨੇ ਪੁਨ ਬਚ ਭਾਖਾ ਚਲੋ ਪ੍ਰਭੂ ਜਿਤ ਕੋ ਅਬਲਾਖਾ। ਤੇ ਮਰਦਾਨਾ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸ਼ਰਧਾ ਦਾ ਬੱਜਿਆ ਹੋਇਆ ਸੀ, ਪ੍ਰੇਮ ਬਹੁਤ ਸੀ ਭਾਈ ਮਰਦਾਨਾ ਜੀ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ। ਤੇ ਪ੍ਰੇਮ ਦੇ ਨਾਲ ਬਚਨ ਕੀਤੇ ਨੇ ਮਰਦਾਨੇ ਨੇ। ਮਰਦਾਨਾ ਕਹਿਣ ਲੱਗਾ ਕਿ ਗੁਰੂ ਜੀ ਜਿੱਧਰ ਵੀ ਤੁਹਾਡੀ ਆਗਿਆ ਹੋਵੇਗੀ ਨਾ, ਜਿੱਧਰ ਵੀ ਤੁਸੀਂ ਮੈਨੂੰ ਖੜਨਾ ਚਾਹੋਗੇ, ਜਿੱਧਰ ਵੀ ਤੁਹਾਡੀ ਰਜ਼ਾ ਹੋਵੇ ਤੁਸੀਂ ਉਧਰ ਹੀ ਮੈਨੂੰ ਲੈ ਜਾਵੋ। ਤੁਮ ਕਰੁਣਾ ਤੇ ਪਿਖੇ ਸਥਾਨਾ ਨਤ ਹਮ ਸੇ ਜਨਤਨ ਕੇ ਜਾਨਾ। ਤੁਹਾਡੀ ਹੀ ਕਿਰਪਾ ਹੋਈ ਹੈ ਜਿਹੜੇ ਅਸੀਂ ਇੰਨੇ ਅਸਥਾਨ ਤੱਕੇ ਨੇ, ਐਸੇ ਅਸਥਾਨ ਵੇਖੇ ਨੇ ਜਿਨ੍ਹਾਂ ਦਾ ਸਾਨੂੰ ਕੋਈ ਚੇਤਾ ਵੀ ਨਹੀਂ ਸੀ। ਅਸੀਂ ਤਾਂ ਇਕੱਲੇ ਉੱਥੇ ਜਾ ਵੀ ਨਹੀਂ ਸਕਦੇ ਸੀ ਜਿੱਥੋਂ ਤੱਕ ਤੁਸੀਂ ਸਾਨੂੰ ਜਾ ਕੇ ਘੁਮਾ ਲਿਆਏ ਹੋ। ਇਸ ਪ੍ਰਕਾਰ ਬੋਲਤ ਬਿਗਸਾਏ ਤਤ ਛਿਨ ਜੰਮੂਪੁਰ ਮੈਂ ਆਏ। ਹੁਣ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਆਪਸ ਦੇ ਵਿੱਚ ਹੱਸਦੇ ਖੇਡਦੇ ਹੋਏ, ਆਪਸ ਦੇ ਵਿੱਚ ਬਚਨ ਕਰਦੇ ਹੋਏ ਜੰਮੂ ਦੀ ਧਰਤੀ ਤੇ ਆਣ ਖੜੇ ਹੋਏ ਹਨ। ਤੇ ਪਤਾ ਵੀ ਨਹੀਂ ਲੱਗਿਆ ਕਿ ਕਿਹੜੇ ਵੇਲੇ ਉਹ ਜਿਹੜੇ 8 ਖੰਡ ਨੇ ਉਹਨਾਂ ਦੀ ਸੈਰ ਹੋ ਗਈ ਹੋਵੇ। ਭਿਖ ਰਮਣੀਕ ਥਾਨ ਤੈ ਏਕੋ ਬੈਠ ਗਏ ਤਬ ਜਲਦ ਬਬੇਕੂ। ਹੁਣ ਗੁਣਾ ਦੀ ਖਾਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਸੋਹਣਾ ਅਸਥਾਨ ਉਸਤੇ ਦੇਖਿਆ ਏ ਤੇ ਕਰੁਣਾ ਦੇ ਘਰ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕਰਕੇ ਉਸ ਜੰਮੂ ਦੀ ਧਰਤੀ ਤੇ ਬੈਠ ਗਏ ਹਨ। ਸ੍ਰੀ ਅੰਗਦ ਸੁਨ ਕਥਾ ਮਹਾਨੀ ਮੁਝ ਸੋ ਬੋਲਤ ਭੇ ਅਸਬਾਨੀ। ਹੁਣ ਸਾਧ ਸੰਗਤ ਜੀ ਕੀ ਹੋਇਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਬਾਲੇ ਦੇ ਕੋਲੋਂ ਇਹ ਸਾਰੇ ਬਚਨ ਸੁਣੇ ਨੇ ਤੇ ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਨੂੰ ਕੀ ਕਹਿ ਰਹੇ ਹਨ। ਜਾਮਵੰਤ ਪਾਲਕ ਜੋ ਭਾਰੀ तेह के नाम सुनगर उचारी।
ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਨੂੰ ਕਹਿ ਰਹੇ ਨੇ ਕਿ ਜਾਮਵੰਤ ਜਿਹੜਾ ਇੱਕ ਵੱਡਾ ਰਿਛ ਹੈ, ਉਹਦੇ ਨਾਂ ਤੇ ਜਿਹੜਾ ਇੱਕ ਵੱਡਾ ਨਗਰ ਬਣਿਆ ਹੋਇਆ ਸੀ। ਵੱਡੀ ਗੁਫਾ ਜਿਸ ਮੈਂ ਤਿਸ ਬਾਸਾ, ਚਿਰੰਕਾਲ ਜੀਵਿਓ ਬਲ ਰਾਸਾ। ਤੇ ਉਸ ਦਾ ਨਿਵਾਸ ਬੜੀ ਵੱਡੀ ਗੁਫਾ ਦੇ ਵਿੱਚ ਸੀ। ਆਪਣੇ ਬਲ ਦੇ ਕਾਰਨ ਉਹ ਜਿਹੜਾ ਜਾਮਵੰਤ ਰਾਜਾ ਸੀ ਉਹ ਬਹੁਤਾ ਸਮਾਂ ਜੀਵਤ ਰਿਹਾ ਸੀ। ਦੋਹਰਾ ਜਬ ਸ਼੍ਰੀ ਬਾਵਣ ਜੀ ਪਏ, ਬਲ ਛਲਣੇ ਕੇਤਾ। ਹੁਣ ਜਦੋਂ ਬਲ ਰਾਜੇ ਨੂੰ ਛਲਣ ਵਾਸਤੇ 52 ਅਵਤਾਰ ਹੋਇਆ ਤਾਂ ਸਾਧ ਸੰਗਤ ਜੀ ਕਿਰਪਾ ਦੇ ਘਰ 52 ਅਵਤਾਰ ਨੇ ਜਿਹੜੇ 3 ਲੋਕ ਨੇ ਸਾਧ ਸੰਗਤ ਜੀ ਉਹ 2 ਕਦਮਾਂ ਦੇ ਵਿੱਚ ਮਿਹਣ ਲਏ ਸਨ। ਚੌਪਈ 2100 ਇਨ ਪਰ ਦਸ਼ਣ ਦੀਨੀ, ਏਕ ਮਹੂਰਤ ਮੈਂ ਕਰ ਲੀਨੀ। ਹੁਣ ਉਸ ਜਾਮਵੰਤ ਰਾਜੇ ਨੇ ਇਸ ਰਾਜੇ ਬਲ ਦੇ ਗਾੜੀ ਕੀ ਸ਼ਰਤ ਰੱਖੀ ਸੀ ਕਿ 21 ਪ੍ਰਦਰਸ਼ਨਾਂ ਜਿਹੜੀਆਂ ਨੇ ਉਹ ਤੂੰ ਕਰਨੀਆਂ ਨੇ। ਪਰ ਸਾਧ ਸੰਗਤ ਜੀ ਉਹ ਜਿਹੜਾ 52 ਅਵਤਾਰ ਦੀਆਂ 21 ਪ੍ਰਦਰਸ਼ਨਾਂ ਕਵੀ ਜੀ ਲਿਖਦੇ ਨੇ ਕਿ ਇੱਕੋ ਘੜੀ ਦੇ ਵਿੱਚ ਉਸ ਨੇ ਕਰ ਲਈਆ। ਮਹਾਬਲੀ ਸੋ ਬੇਗ ਬੜ ਜਾਮੈ, ਏਤੋ ਬਲ ਕਹੀਏ ਕਉ ਕਾਮੈ। ਤੇ ਸਾਧ ਸੰਗਤ ਜੀ ਕਹਿੰਦੇ ਨੇ ਉਹਦੇ ਵਿੱਚ ਇੰਨੀ ਤਾਕਤ ਸੀ, ਇੰਨਾ ਉਹ ਮਹਾਬਲੀ ਸੀ ਕਿ ਉਹਦੀ ਜਿਹੜੀ ਮਿਸਾਲ ਹੈ ਉਹ ਨਹੀਂ ਦਿੱਤੀ ਜਾ ਸਕਦੀ। ਪੁਨ ਸ੍ਰੀ ਰਾਮਚੰਦ ਜਗ ਹੋਏ, ਜਿਨ ਨਿਜ ਭਗਤਨ ਕੀ ਦੁਖ ਖੋਏ। ਉਸ ਰਾਜੇ ਤੋਂ ਬਾਅਦ ਹੁਣ ਰਾਮਚੰਦਰ ਜੀ ਜਗਤ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਜਗਤ ਦੇ ਵਿੱਚ ਆ ਕਰਕੇ ਉਹਨਾਂ ਦੇ ਜਿਹੜੇ ਭਗਤੀ ਕਰਨ ਵਾਲੇ ਭਗਤ ਨੇ ਉਹਨਾਂ ਦਾ ਦੁੱਖ ਸਾਧ ਸੰਗਤ ਜੀ ਨਿਵਾਰਨਾ ਕੀਤਾ ਹੈ। ਤਿੰਨ ਕੇ ਸੰਗ ਲੰਕ ਮੈਂ ਗਇਓ, ਆਦਿਕ ਜੁਦ ਤੈ ਹੋਵਤ ਭਇਓ। ਤੇ ਜਿਹੜਾ ਜਾਮਵੰਤ ਰਾਜਾ ਸੀ ਉਹ ਇਹਨਾਂ ਦੀ ਲੰਕਾ ਦੇ ਵਿੱਚ ਜਾ ਕਰਕੇ ਇਹਨਾਂ ਦਾ ਸੰਗ ਕਰਦਾ ਸੀ ਤੇ ਉਸ ਜਾਮਵੰਤ ਰਾਜੇ ਨੇ ਅਨੇਕਾਂ ਯੁੱਧ ਇਹਨਾਂ ਦੇ ਨਾਲ ਲੜੇ ਸਨ। ਕਰਿਓ ਪਰਾਕਰਮ ਰਨ ਮੈਂ ਪਾਰੀ, ਹਤੇ ਨਿਸਾਚਰ ਅਤ ਬਲਕਾਰੀ। ਤੇ ਯੁੱਧ ਦੇ ਮੈਦਾਨ ਦੇ ਵਿੱਚ ਇੰਨੀ ਸ਼ਕਤੀ ਦੇ ਨਾਲ ਸਾਧ ਸੰਗਤ ਜੀ ਆਪਣੇ ਜੋਰ ਉਸ ਰਾਜੇ ਨੇ ਦਿਖਾਏ ਨੇ ਕਿ ਜਿਹੜੇ ਸ਼ਕਤੀਸ਼ਾਲੀ ਦੈਂਤ ਸਨ ਰਨ ਦੇ ਮੈਦਾਨ ਵਿੱਚ ਉਹ ਸਾਰੇ ਉਸ ਰਾਜੇ ਨੇ ਮਾਰ ਦਿੱਤੇ ਸਨ। ਦੁਆਪਰ ਭਏ ਕ੍ਰਿਸ਼ਨ ਅਵਤਾਰਾ, ਤਰਣੀ ਹੇਤ ਨਿਵਾਰਨ ਪਾਰਾ। ਹੁਣ ਰਾਮਚੰਦਰ ਤੋਂ ਬਾਅਦ ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਨੇ ਅਵਤਾਰ ਧਾਰਿਆ ਏ ਤੇ ਅਵਤਾਰ ਧਾਰ ਕੇ ਕੀ ਕਰਮ ਕੀਤੇ ਨੇ ਕਿ ਜਿਹੜੇ ਧਰਤੀ ਦੇ ਉੱਪਰ ਸਾਧ ਸੰਗਤ ਜੀ ਪਾਪਾਂ ਦੇ ਬੋਝ ਹੇਠ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਪਾਪਾਂ ਤੋਂ ਮੁਕਤ ਕਰਵਾਇਆ ਹੈ। ਮਨ ਖੋਜਨ ਹਿਤ ਚਲ ਕੈ ਆਏ, ਜਾਮਵੰਤ ਦੇਖਿਓ ਏ ਥਾਏ। ਹੁਣ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੰਮੂ ਦੀ ਧਰਤੀ ਤੇ ਬੈਠੇ ਨੇ ਸਾਧ ਸੰਗਤ ਜੀ ਉੱਥੇ ਹੁਣ ਕ੍ਰਿਸ਼ਨ ਜਿਹੜਾ ਉਹ ਮਣੀ ਨੂੰ ਲੱਭਦਾ ਉੱਥੇ ਆਇਆ ਏ ਤੇ ਉਸ ਨੇ ਜਾਮਵੰਤ ਰਾਜੇ ਨੂੰ ਦੇਖਿਆ ਹੈ। ਲੱਗੇ ਕਰਨ ਮਿਲ ਕੈ ਸੰਗਰਾਮਾ, ਦੁੰਦ ਜੁਦ ਆਤਿਸ਼ ਬਲ ਤਾਮਾ। ਹੁਣ ਦੋਨੋਂ ਮਿਲ ਕੇ ਤੇ ਸਾਧ ਸੰਗਤ ਜੀ ਯੁੱਧ ਕਰਨ ਲੱਗੇ ਨੇ ਤੇ ਭਾਰੀ ਯੁੱਧ ਇਹਨਾਂ ਦੋਨਾਂ ਦੇ ਵਿੱਚ ਹੋਇਆ ਹੈ। ਨਹੀਂ ਪਰਾਜੇ ਕਿਸ ਦਿਸ਼ ਹੋਈ, ਦਿਵਸ ਅਸ਼ਟ ਬਿੰਸਤ ਭਟ ਦੋਈ।
ਤੇ ਦੋਵਾਂ ਦੇ ਵਿੱਚੋਂ ਸਾਧ ਸੰਗਤ ਜੀ ਐਸੇ ਸ਼ਕਤੀਸ਼ਾਲੀ ਸਨ ਕਿ ਦੋਵਾਂ ਦੇ ਵਿੱਚੋਂ ਕਿਸੇ ਦੀ ਵੀ ਹਾਰ ਨਹੀਂ ਹੋਈ, ਭਾਵੇਂ ਕਿ ਉਹ ਜਿਹੜਾ ਯੁੱਧ ਸੀ ਇਹਨਾਂ ਦੋਨਾਂ ਦਾ 28 ਦਿਨ ਚੱਲਦਾ ਰਿਹਾ। ਲਾਰਤਿਓ ਜਬ ਵਿਜੈ ਨ ਪਾਵਾ, ਰਾਮ ਵੇਖ ਸ਼੍ਰੀ ਕ੍ਰਿਸ਼ਨ ਬਨਾਵਾ। ਤੇ ਜਦੋਂ ਕ੍ਰਿਸ਼ਨ ਜੀ ਨੂੰ ਉਸ ਰਾਜੇ ਦੇ ਨਾਲ ਲੜਦਿਆਂ ਹੋਇਆ ਜਿੱਤ ਨਹੀਂ ਨਾ ਪ੍ਰਾਪਤ ਹੋਈ, ਤਾਂ ਉਸ ਕ੍ਰਿਸ਼ਨ ਨੇ ਸਾਧ ਸੰਗਤ ਜੀ ਕੀ ਕੀਤਾ ਹੈ ਕਿ ਜਿਹੜਾ ਰਾਮਚੰਦਰ ਅਵਤਾਰ ਹੈ ਉਹ ਧਾਰਨ ਕਰ ਲਿਆ ਹੈ। ਦੇਖ ਰੂਪ ਸ਼੍ਰੀ ਰਾਮ ਕੋ, ਤਤ ਛਿਨ ਪਗ ਲਪਟਾਏ। ਮਨ ਤਨ ਜਾਦੇ ਆਪਣੀ, ਭੂਲ ਲਈ ਬਖਸ਼ਾਏ। ਤੇ ਸਾਧ ਸੰਗਤ ਜੀ ਉਸ ਰਾਮਚੰਦ ਦੇ ਸਰੂਪ ਨੂੰ ਦੇਖ ਕੇ ਉਹ ਜਿਹੜਾ ਜਾਮਵੰਤ ਰਾਜਾ ਏ ਉਹ ਤੁਰੰਤ ਉਸ ਰਾਮਚੰਦਰ ਦੇ ਚਰਨਾਂ ਤੇ ਢਹਿ ਪਿਆ ਏ। ਤੇ ਜਿਹੜੀ ਆਪਣੀ ਸਾਧ ਸੰਗਤ ਜੀ ਪੁੱਤਰੀ ਹੈ ਭਾਵ ਕਿ ਮਣੀ ਹੈ, ਉਹ ਦੇਖ ਕੇ ਤੇ ਆਪਣੀ ਜਿਹੜੀ ਭੁੱਲ ਹੁਣ ਬਖਸ਼ਾ ਰਿਹਾ ਹੈ। ਚਾਉਪਈ ਤਬ ਸ਼੍ਰੀ ਕ੍ਰਿਸ਼ਨ ਦੁਆਰਕਾ ਗਇਓ, ਜਾਮਵੰਤ ਤੇ ਜੰਮੂ ਪਇਓ। ਤੇ ਫਿਰ ਕੀ ਹੈ, ਜਦੋਂ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਕੋ ਉਹ ਜਾਮਵੰਤ ਰਾਜੇ ਦੇ ਕੋਲੋਂ ਨਾ ਜਿੱਤਿਆ ਗਿਆ, ਤੇ ਸਾਧ ਸੰਗਤ ਜੀ ਜਿਹੜੇ ਕ੍ਰਿਸ਼ਨ ਨੇ ਉਹ ਵਾਪਸ ਦੁਆਰਕਾ ਨੂੰ ਚਲੇ ਗਏ ਨੇ। ਤੇ ਜਿਹੜਾ ਜੰਮੂ ਨਗਰ ਹੈ ਉਹ ਜਾਮਵੰਤ ਨਾਂ ਤੇ ਪ੍ਰਸਿੱਧ ਹੋਇਆ। ਗੁਰ ਮਿਲ ਕੇ ਤਕ ਨਰ ਹਰ ਖਾਏ, ਜਾਏ ਭੂਪ ਟਿਕ ਬੈਨ ਸੁਨਾਏ। ਹੁਣ ਬਹੁਤੇ ਲੋਕ ਜਿਹੜੇ ਨੇ ਉਹ ਜੰਮੂ ਦੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦੇਖ ਕਰਕੇ ਖੁਸ਼ ਹੋਏ ਨੇ। ਤੇ ਸਾਧ ਸੰਗਤ ਜੀ ਉਹਨਾਂ ਸਾਰਿਆਂ ਨੇ ਰਾਜੇ ਨੂੰ ਜਾ ਕਰਕੇ ਦੱਸਿਆ, ਵਹਿ ਤਪਾ ਸ੍ਰੀ ਨਾਨਕ ਆਵਾ, ਜਿਸ ਕੋ ਜਗ ਜਗ ਮੈਂ ਬੋਸ਼ਾਵਾ। ਤੇ ਕਹਿਣ ਲੱਗੇ ਨੇ ਕਿ ਬਾਹਰ ਇੱਕ ਨਾਨਕ ਤਪਾ ਦਾ ਜਿਹੜਾ ਨਾਂ ਦਾ ਮਨੁੱਖ ਹੈ ਉਹ ਆਇਆ ਹੋਇਆ ਏ, ਤੇ ਜਿਸ ਦਾ ਬਾਹਰ ਪ੍ਰਕਾਸ਼ ਇੱਕ ਸੂਰਜ ਦੀ ਤਰ੍ਹਾਂ ਫੈਲਿਆ ਹੋਇਆ ਏ। ਤੇ ਸਾਰੇ ਲੋਕ ਉਸ ਤਪੇ ਨੂੰ ਪ੍ਰਣਾਮ ਕਰਦੇ ਹਨ। ਸੁਨਤ ਨਗਨ ਪਗ ਤੂਰਨ ਤਾਇਓ, ਉਤਮ ਬਹੁਤ ਉਪਾਇਨ ਲਿਆਇਓ। ਤੇ ਜਦੋਂ ਰਾਜੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਉਣਾ ਸੁਣਿਆ ਏ, ਤੇ ਕਵੀ ਜੀ ਲਿਖਦੇ ਨੇ ਕਿ ਨੰਗੇ ਪੈਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਪਹੁੰਚਿਆ ਏ। ਤੇ ਬਹੁਤ ਸਾਰੀਆਂ ਕੀਮਤੀ ਭੇਟਾਵਾਂ ਰਾਜੇ ਦੇ ਅੱਗੇ ਭੇਟ ਕੀਤੀਆਂ ਹਨ। ਦੀਨ ਹੋਏ ਪਦ ਬੰਧਨ ਕੀਨੀ, ਬਿਨ ਪਣੀ ਭੇਟੈ ਤਰ ਦੀਨੀ। ਹੁਣ ਸਾਧ ਸੰਗਤ ਜੀ ਉਸ ਜੰਮੂ ਦੇ ਰਾਜੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਇਆ ਏ, ਤੇ ਬੜੇ ਅਦਬ ਸਹਿਤ ਦੇ ਨਾਲ ਬੇਨਤੀ ਕੀਤੀ ਹੈ ਕਿ ਗੁਰੂ ਜੀ ਮੈਂ ਇਹ ਜਿਹੜੀਆਂ ਤੁਛ ਭੇਟਾਵਾਂ ਲਿਆਇਆ ਹਾਂ, ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਪ੍ਰਵਾਨ ਕਰਨਾ ਕਰੋ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੰਮੂ ਦੀ ਧਰਤੀ ਤੇ ਬੈਠੇ ਹੋਏ ਉਸ ਰਾਜੇ ਨੂੰ ਕੀ ਉਪਦੇਸ਼ ਦੇਣਗੇ। ਸਾਧ ਸੰਗਤ ਜੀ ਉਹ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕਰਾਂਗੇ। ਆਓ ਇੱਕ ਬਚਨ ਪੜ੍ਹੀਏ, ਬਚਨ ਪੜ੍ਹ ਕੇ ਸਮਾਪਤੀ ਹੈ। ਸਾਰੇ ਉੱਚੀ ਆਵਾਜ਼ ਦੇ ਵਿੱਚ ਇਹ ਬਚਨ ਪੜ੍ਹਿਓ। ਰਾਮ ਸਿਮਰ ਪਛਤਾਹੇਗਾ ਮਨ, ਰਾਮ ਸਿਮਰ ਪਛਤਾਹੇਗਾ। ਰਾਮ ਸਿਮਰ ਪਛਤਾਹੇਗਾ ਮਨ, ਰਾਮ ਸਿਮਰ ਪਛਤਾਹੇਗਾ। ਰਾਮ ਸਿਮਰ ਪਛਤਾਹੇਗਾ ਮਨ, ਰਾਮ ਸਿਮਰ ਪਛਤਾਹੇਗਾ।
राम सिमर पछताएगा मन, राम सिमर पछताएगा मन। राम सिमर पछताएगा मन, राम सिमर पछताएगा मन। राम सिमर पछताएगा मन, राम सिमर पछताएगा। पापी जियरा लोभ करत है, पापी जियरा लोभ करत है। पापी जियरा लोभ करत है, पापी जियरा लोभ करत है। पापी जियरा लोभ करत है, पापी जियरा लोभ करत है। आज काल उठ जाएगा मन, राम सिमर पछताएगा। राम सिमर पछताएगा मन, राम सिमर पछताएगा। लालच लागे जन्म गवाया, लालच लागे जन्म गवाया। लालच लागे जन्म गवाया, लालच लागे जन्म गवाया। माया परम पुलाहेगा मन, राम सिमर पछताएगा। राम सिमर पछताएगा मन, राम सिमर पछताएगा। तन जो बन का गर्भ न कीजय, तन जो बन का गर्भ न कीजय। कागद ज्यों जल जाएगा मन, राम सिमर पछताएगा। राम सिमर पछताएगा मन, राम सिमर पछताएगा। जो जम आए केस गए पटके, जो जम आए केस गए पटके। तादिन कछ न बसाएगा मन, राम सिमर पछताएगा। राम सिमर पछताएगा मन, राम सिमर पछताएगा। सिमरन भजन दयान कीनी, सिमरन भजन दयान कीनी। तो मुख चोटा खाएगा मन, राम सिमर पछताएगा।
राम सिमर पछताएगा मन, राम सिमर पछताएगा। धर्म राय जब लेखा मांग, धर्म राय जब लेखा मांग, क्या मुख लेके जाएगा मन, राम सिमर पछताएगा। राम सिमर पछताएगा मन, राम सिमर पछताएगा। कहत कबीर सुनो रे संतो, कहत कबीर सुनो रे संतो, साध संगत तर जाएगा मन, राम सिमर पछताएगा। राम सिमर पछताएगा मन, राम सिमर पछताएगा। राम सिमर मन, राम सिमर पछताएगा। राम सिमर पछताएगा मन, राम सिमर पछताएगा। पछताएगा मन, राम सिमर पछताएगा। वाहिगुरु जी का खालसा, वाहिगुरु जी की फतेह।